ਸ਼ੌਂਕੀਆ ਤੌਰ ਤੇ ਨਾ ਸਾਈਕਲਿੰਗ ਕਰਨ ਦੇ ਬਹੁਤ ਸ਼ੌਕੀਨ ਹੁੰਦੇ ਨੇ ਕਈ ਲੋਕ। ਤਾਂ ਇਹ ਸ਼ੌਂਕ ਕਿਵੇਂ ਜਿਹੜਾ ਸਟਾਰਟ ਹੋਇਆ ਜੀ ਤੁਹਾਡਾ? 2014 ਦੇ ਵਿੱਚ ਮੈਂ ਲਾਈਫ ਦੇ ਕੁਝ ਇਹੋ ਜਿਹੇ ਫੇਜ਼ ਤੋਂ ਨਿਕਲ ਰਿਹਾ ਸੀਗਾ ਜਿਹਦੇ ਨਾਲ ਮੈਨੂੰ ਡਿਪਰੈਸ਼ਨ ਹੋ ਗਿਆ ਸੀਗਾ। ਤੁਹਾਡੇ ਹੱਥ 'ਚ ਮੈਡਲ ਜਿਹੜੇ ਫੜੇ ਹੋਏ ਨੇ ਤਾਂ ਇੱਕ ਡਿਪਰੈਸ਼ਨ ਦੀ ਦੇਣ ਕਹਿ ਸਕਦੇ ਵੀ ਹੈਗੇ ਨੇ, ਵੀ ਉਸ ਦੇ ਕਾਰਨ ਸਾਈਕਲਿੰਗ ਸ਼ੁਰੂ ਕੀਤੀ ਤੇ ਹੁਣ ਇੰਨੇ ਸਾਰੇ ਮੈਡਲ ਹੱਥ 'ਚ ਨੇ। ਫੁੱਟਬਾਲ ਦੇ ਜਦੋਂ ਲੱਤਾਂ ਪੈਂਦੀਆਂ ਨੇ ਤੇ ਉਹ ਤਕਲੀਫ ਤਾਂ ਜ਼ਰੂਰ ਹੁੰਦੀ ਆ, ਪਰ ਉਹ ਆਪਣੇ ਗੋਲ ਵੱਲ ਜਾਂਦੀ ਆ। ਸ਼ਾਇਦ ਇਹ ਮੇਰੀ ਡੈਸਟੀਨੇਸ਼ਨ 'ਚ ਲਿਖਿਆ ਹੋਇਆ ਸੀ। ਸੁਣਨ ਦੇ ਵਿੱਚ ਐਸੀ ਵੀ ਰਿਕਾਰਡ ਵੀ ਤੋੜੇ ਨੇ, ਕਈ ਰਿਕਾਰਡ ਬਣਾਏ ਵੀ ਨੇ। ਮੈਂ ਸੁਪਰ ਰੈਂਡੋਨੀਅਰ ਦਾ ਟਾਈਟਲ ਸਿਰਫ 5 ਦਿਨ ਦੇ ਵਿੱਚ 200, 300, 400 ਔਰ 600 ਜਿਹੜੀ ਟੋਟਲ ਰਾਈਡ ਮੇਰੀ 1538 ਕਿਲੋਮੀਟਰ ਬਣੀ ਸੀ, ਉਹ ਵਰਲਡ ਰਿਕਾਰਡ ਆ ਕਿ ਮੈਂ 5 ਦਿਨ ਦੇ ਵਿੱਚ ਹੀ ਸ਼ਾਰਟੈਸਟ ਟਾਈਮ ਦੇ ਵਿੱਚ ਖਤਮ ਕੀਤੀ। ਮੇਰੇ ਸਾਈਕਲਿੰਗ ਵਾਲੇ ਇੱਕ ਦੋਸਤ ਨੇ ਕੰਵਰ ਗਿੱਲ, ਤੇ ਉਹਨਾਂ ਨੇ ਮੈਨੂੰ ਇੱਕ ਗੁਰਮੰਤਰ ਦਿੱਤਾ ਸੀ, ਕਹਿੰਦੇ ਪੇਨ ਇਜ਼ ਟੈਂਪਰੇਰੀ, ਕੁਇਟਿੰਗ ਇਜ਼ ਫॉर ਐਵਰ। ਮੈਂ ਉਹ ਮਾਈਂਡ 'ਚ ਸੋਚਦਾ ਉਹ ਵੀ ਮੇਰੇ ਨਾਲ ਮੋਟੀਵੇਟ ਕਰਦੇ ਗਏ ਔਰ ਇਹ ਮੈਂ ਟਾਈਟਲ ਅਚੀਵ ਕੀਤਾ। ਤੁਹਾਡੇ ਕੋਲ ਛੋਟੇ ਛੋਟੇ ਜੋ ਮੈਡਲ ਸੀਗੇ ਉਹ ਮੈਂ ਪਿਛਲੀ ਵਾਰ ਦੇਖੀ ਸੀ ਤੁਹਾਡੇ ਕੋਲ, ਤੇ ਉਹ ਕਿਹੜੇ ਕਿਹੜੇ ਮੈਡਲ ਨੇ? ਆਹ ਤਾਂ ਜਿਹੜਾ ਤੁਹਾਨੂੰ ਮੈਂ 1500 ਕਿਲੋਮੀਟਰ 1538 ਵਾਲਾ ਦੱਸਿਆ, ਇਹ ਉਹਦਾ ਮੈਡਲ ਆ। ਇਹ ਫਰਾਂਸ ਤੋਂ ਆਇਆ। ਇਹ ਹੈਗੀ ਆ LRM, ਜਿਹੜੀ ਮੈਂ 1200 ਕਿਲੋਮੀਟਰ ਕੀਤੀ ਸੀਗੀ, ਨੋਇਡਾ ਤੋਂ ਜੰਮੂ ਔਰ ਜੰਮੂ ਤੋਂ ਨੋਇਡਾ ਬੈਕ। ਇਹਦੇ 'ਚ ਮੇਰਾ ਐਕਸੀਡੈਂਟ ਵੀ ਹੋ ਗਿਆ ਸੀਗਾ। ਤੁਸੀਂ ਦੇਖ ਸਕਦੇ ਹੋ ਮੈਡਲ ਬਹੁਤ ਜ਼ਿਆਦਾ ਨੇ ਕਿ ਇਹਨਾਂ ਨੂੰ ਪੈਸ਼ਨ ਹੀ ਮੰਨਿਆ ਵੀ ਪੈਸ਼ਨ ਆ, ਬਸ ਇਹਨਾਂ ਨੂੰ ਇਕੱਠੇ ਕਰਨਾ ਆ, ਵੀ ਇਹਨਾਂ ਦਾ ਨਾਮ ਰੋਸ਼ਨ ਕਰਨਾ, ਕੁਛ ਕਰਨਾ ਹੈ ਅੱਗੇ। ਮੇਰੇ ਰਨਿੰਗਸ ਦੇ ਵੀ ਹੈਗੇ ਨੇ ਮੈਡਲ, ਕਿਉਂਕਿ ਮੈਂ ਹਾਫ ਮੈਰਾਥਨ ਵੀ 3 ਲਗਾਈਆਂ ਨੇ ਅਤੇ 10-10 ਕਿਲੋਮੀਟਰ ਦੀਆਂ ਵੀ 2 ਲਗਾਈਆਂ ਨੇ। ਬਟ ਜਿਹੜਾ ਬੇਸਿਕ ਮੇਰਾ ਸ਼ੌਕ ਹਮੇਸ਼ਾ ਤੋਂ ਸਾਈਕਲਿੰਗ ਹੀ ਰਿਹਾ। ਸਾਈਕਲਿੰਗ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਮਹਾਰਤ ਹਾਸਲ ਕੀਤੀ ਹੈ। ਕਈ ਲੋਕ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਸਾਈਕਲਿੰਗ ਕਰ ਰਹੇ ਨੇ ਅਤੇ ਕਈ ਲੋਕ ਪੈਸ਼ਨ ਰੱਖਦੇ ਨੇ ਇਸ ਨੂੰ ਕਰਨ ਦਾ, ਔਰ ਸ਼ੌਂਕੀਆ ਤੌਰ ਤੇ ਕਰਕੇ ਵੀ ਆਪਣਾ ਜਿਹੜਾ ਨਾਮ ਵੀ ਰੋਸ਼ਨ ਕਰਦੇ ਨੇ ਤੇ ਨਾਲ ਦੀ ਨਾਲ ਮੈਡਲ ਵੀ ਜਿੱਤਦੇ ਨੇ। ਤਾਂ ਇਦਾਂ ਦੀ ਸ਼ਖਸੀਅਤ ਸਾਡੇ ਨਾਲ ਇਸ ਵੇਲੇ ਮੌਜੂਦ ਹੈ, ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਨੇ, ਜਸਪ੍ਰੀਤ ਸਿੰਘ ਕੋਟਾਲਾ ਜੀ, ਜਿਨ੍ਹਾਂ ਨੇ ਬਹੁਤ ਸਾਰੇ ਮੈਡਲ ਵੀ ਜਿੱਤੇ ਨੇ। ਬਹੁਤ ਸਾਰੇ ਮੈਡਲ ਜਿੱਤ ਕੇ ਜਿਹੜਾ ਆ ਲੁਧਿਆਣੇ ਦਾ ਨਾਮ ਵੀ ਰੋਸ਼ਨ ਕੀਤਾ ਹੈ, ਅਤੇ ਇਸ ਦੇ ਨਾਲ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰੀ ਅਜਿਹੇ ਕੰਪੀਟੀਸ਼ਨਸ ਵੀ ਜਿਹੜੇ ਹੈ ਪੂਰੇ ਕੀਤੇ ਨੇ, ਜਿਨ੍ਹਾਂ ਵਿੱਚ ਨਾਮ ਕਮਾਇਆ। ਤਾਂ ਗੱਲਬਾਤ ਕਰਦੇ ਹਾਂ। ਜਸਪ੍ਰੀਤ ਜੀ, ਜਿਵੇਂ ਕਿਹਾ ਕਿ ਸ਼ੌਂਕੀਆ ਤੌਰ ਤੇ ਨਾ ਸਾਈਕਲਿੰਗ ਕਰਨ ਦੇ ਬਹੁਤ ਸ਼ੌਕੀਨ ਹੁੰਦੇ ਨੇ ਕਈ ਲੋਕ, ਤੁਸੀਂ ਵੀ ਸ਼ੌਂਕੀਆ ਤੌਰ ਤੇ ਕਰਦੇ ਹੋ, ਤਾਂ ਇਹ ਸ਼ੌਂਕ ਕਿਵੇਂ ਜਿਹੜਾ ਸਟਾਰਟ ਹੋਇਆ ਜੀ ਤੁਹਾਡਾ? ਸਰ, ਪਹਿਲਾਂ ਸਕੂਲ ਟਾਈਮ ਮੈਂ ਸਪੋਰਟਸ ਕਰਦਾ ਹੁੰਦਾ ਸੀਗਾ। ਸਕੂਲ ਟਾਈਮ ਦੇ ਵਿੱਚ ਮੈਂ ਰਨਿੰਗ ਕਰਦਾ ਹੁੰਦਾ ਸੀ, ਰੇਸਿਸ ਕਰਦਾ ਹੁੰਦਾ ਸੀ। ਅਤੇ ਫਿਰ ਜਦੋਂ ਸਕੂਲ ਤੋਂ ਕਾਲਜ ਲਾਈਫ 'ਚ ਆਏ ਤਾਂ ਆਪਣੇ ਬਿਜ਼ਨਸ 'ਚ ਆ ਗਏ, ਤਾਂ ਫਿਜ਼ੀਕਲ ਐਕਟੀਵਿਟੀਜ਼ ਛੁੱਟ ਗਈਆਂ ਸੀਗੀਆਂ, ਜਿਹਦੇ ਨਾਲ ਥੋੜ੍ਹੀ ਬਹੁਤ ਸਿਹਤ 'ਚ ਕੰਪਲੀਕੇਸ਼ਨਸ ਆ ਗਈਆਂ। ਫਿਰ 2014 ਦੇ ਵਿੱਚ ਮੈਂ ਲਾਈਫ ਦੇ ਕੁਝ ਇਹੋ ਜਿਹੇ ਫੇਜ਼ ਤੋਂ ਨਿਕਲ ਰਿਹਾ ਸੀਗਾ ਜਿਹਦੇ ਨਾਲ ਮੈਨੂੰ ਡਿਪਰੈਸ਼ਨ ਹੋ ਗਿਆ ਸੀਗਾ, ਔਰ ਡਿਪਰੈਸ਼ਨ ਦੇ ਨਾਲ ਹੀ ਮੈਨੂੰ ਅਸਥਮਾ ਦੀ ਪ੍ਰੋਬਲਮ ਹੋ ਗਈ ਸੀ। ਸਟ੍ਰੈਸ ਕਰਕੇ ਅਸਥਮਾ ਹੋ ਗਿਆ ਸੀਗਾ। ਤਾਂ ਮੈਨੂੰ ਉਸ ਟਾਈਮ ਮੇਰੇ ਡਾਕਟਰ ਨੇ ਸੁਜੈਸਟ ਕੀਤਾ ਕਿ ਤੂੰ ਕੋਈ ਵੀ ਐਕਸਰਸਾਈਜ਼ ਕਰ, ਚਾਹੇ ਵਾਕ ਕਰ, ਅਤੇ ਉਹਦੇ ਨਾਲ ਸਟ੍ਰੈਸ ਰਿਡਿਊਸ ਹੁੰਦਾ। ਅਤੇ ਮੈਂ ਪਹਿਲਾਂ ਵਾਕ ਕਰਨੀ ਸ਼ੁਰੂ ਕੀਤੀ। ਫਿਰ ਹੌਲੀ ਹੌਲੀ ਮੈਂ ਡਿਪਰੈਸ਼ਨ ਤੋਂ ਬਾਹਰ ਆਇਆ, ਤਾਂ ਮੈਂ ਆਪਣਾ ਸੋਸ਼ਲ ਮੀਡੀਆ ਜਦੋਂ ਦੁਬਾਰਾ ਚਲਾਇਆ ਤਾਂ ਮੈਂ ਦੇਖਿਆ ਸਾਈਕਲਿੰਗ ਬਹੁਤ ਜ਼ਿਆਦਾ ਟਰੈਂਡ ਕਰ ਰਹੀ ਸੀਗੀ। ਮੈਂ ਪੁਰਾਣਾ ਸਾਈਕਲ ਠੀਕ ਕਰਾਇਆ ਅਤੇ ਉਹ 'ਤੇ ਰੋਜ਼ ਸਵੇਰੇ ਆਪਣੇ ਅੱਧਾ ਘੰਟਾ ਸਾਈਕਲਿੰਗ ਕਰਨੀ ਸ਼ੁਰੂ ਕਰਤੀ। ਉਹਦੇ ਨਾਲ ਮੇਰੀਆਂ ਦਵਾਈਆਂ ਵੀ ਸਾਰੀਆਂ ਬੰਦ ਹੋ ਗਈਆਂ। ਮਤਲਬ ਡਾਕਟਰ ਦੇ ਜਿੱਥੇ ਮੈਂ ਡਾਕਟਰ ਦੇ ਡਿਪੈਂਡੈਂਟ ਸੀਗਾ, ਮੇਰਾ ਸ਼ਡਿਊਲ ਹੁੰਦਾ ਸੀ 15 ਦਿਨ ਬਾਅਦ ਡਾਕਟਰ ਕੋਲ ਜਾਣਾ, ਨਵੀਆਂ ਦਵਾਈਆਂ ਖਰੀਦਣੀਆਂ, ਉਹ ਚੀਜ਼ ਮੇਰੀ ਲਾਈਫ 'ਚੋਂ ਖਤਮ ਹੀ ਹੋ ਗਈ ਜਦੋਂ ਤੋਂ ਮੈਂ ਸਾਈਕਲ ਅਡੋਪਟ ਕੀਤਾ। ਇਹ ਕਹਿ ਸਕਦੇ ਜਿਹੜੇ ਤੁਹਾਡੇ ਹੱਥ 'ਚ ਮੈਡਲ ਜਿਹੜੇ ਫੜੇ ਹੋਏ ਨੇ ਤਾਂ ਇੱਕ ਡਿਪਰੈਸ਼ਨ ਦੀ ਦੇਣ ਕਹਿ ਸਕਦੇ ਵੀ ਹੈਗੇ ਨੇ, ਵੀ ਉਸ ਦੇ ਕਾਰਨ ਸਾਈਕਲਿੰਗ ਸ਼ੁਰੂ ਕੀਤੀ ਤੇ ਹੁਣ ਇੰਨੇ ਸਾਰੇ ਮੈਡਲ ਹੱਥ 'ਚ ਨੇ। ਬਿਲਕੁਲ ਸਰ, ਜਦੋਂ ਕਹਿੰਦੇ ਆ ਨਾ ਵੀ ਫੁੱਟਬਾਲ ਦੇ ਜਦੋਂ ਲੱਤਾਂ ਪੈਂਦੀਆਂ ਨੇ ਤੇ ਉਹ ਤਕਲੀਫ ਤਾਂ ਜ਼ਰੂਰ ਹੁੰਦੀ ਆ, ਪਰ ਉਹ ਆਪਣੇ ਗੋਲ ਵੱਲ ਜਾਂਦੀ ਆ। ਸ਼ਾਇਦ ਇਹ ਮੇਰੀ ਡੈਸਟੀਨੇਸ਼ਨ 'ਚ ਲਿਖਿਆ ਹੋਇਆ ਸੀ। ਮੇਰੇ ਨਾਲ ਸਾਈਕਲਿਸਟ ਵਰਡ ਜੁੜਨਾ ਸੀਗਾ। ਅੱਜ ਮੈਂ ਸਾਈਕਲਿੰਗ ਦੇ ਇਵੈਂਟਸ ਵੀ ਔਰਗਨਾਈਜ਼ ਕਰ ਰਹੇ ਹਾਂ, ਅਤੇ ਮੈਂ ਇੰਡੀਆ ਦੇ ਵਿੱਚ ਕੁਝ ਅਸੀਂ ਇਹੋ ਜਿਹੇ ਵੀ ਇਵੈਂਟਸ ਲੈ ਕੇ ਆ ਰਹੇ ਹਾਂ ਵੀ ਜਿਹੜੇ ਲੋਕ ਲੱਖਾਂ ਰੁਪਏ ਖਰਚ ਕਰਕੇ ਫੋਰਨ ਕੰਟਰੀਜ਼ ਦੇ ਵਿੱਚ ਜਾਂਦੇ ਸੀਗੇ। ਪਰ ਜਦ ਅਸੀਂ ਐਕਸਪਲੋਰ ਕੀਤਾ ਕਿ ਇੰਡੀਆ ਦੇ ਵਿੱਚ ਬਹੁਤ ਇਹੋ ਜਿਹੇ ਰੂਟਸ ਨੇ ਅਤੇ ਬਹੁਤ ਅੱਛੀਆਂ ਜਗ੍ਹਾ ਨੇ, ਬਹੁਤ ਚੈਲੰਜਿੰਗ ਰੂਟਸ ਨੇ ਜਿੱਥੇ ਅਸੀਂ ਈਵੈਂਟਸ ਕਰਵਾ ਸਕਦੇ ਹਾਂ। ਅਤੇ ਅਸੀਂ ਹੁਣ ਬਹੁਤ ਜਲਦੀ ਲੈ ਕੇ ਆ ਰਹੇ ਹਾਂ। ਇੱਕ ਇੰਡੋ ਨੇਪਾਲ ਰਾਈਡ ਆ ਰਹੀ ਹੈ ਫੈਬਰਰੀ ਦੇ ਵਿੱਚ, ਇੱਕ ਨੈਕਸਟ ਮੰਥ ਦੇ ਵਿੱਚ ਰੋਡ ਰੇਸ ਹੈਗੀ ਹੈ ਨੈਨੀਤਾਲ ਦੀ। ਇੱਦਾਂ ਦੇ ਬੜੇ ਇਵੈਂਟਸ ਅਸੀਂ ਹੁਣ ਕਰਵਾ ਰਹੇ ਹਾਂ। ਹੁਣ ਜੀ ਮੈਡਲਸ ਦੀ ਗੱਲ ਕੀਤੀ ਜਾਵੇ ਤਾਂ ਕਿਹੜੇ ਮੈਡਲਸ ਜਿਹੜੇ ਹੈਗੇ ਨੇ ਤੁਹਾਡੇ ਕੋਲ ਇਸ ਵੇਲੇ, ਜਿਹੜੇ ਰਿਕਾਰਡ ਵੀ ਤੁਸੀਂ ਸੁਣਨ ਦੇ ਵਿੱਚ ਐਸੀ ਵੀ ਰਿਕਾਰਡ ਵੀ ਤੋੜੇ ਨੇ, ਕਈ ਰਿਕਾਰਡ ਬਣਾਏ ਵੀ ਨੇ? ਬਿਲਕੁਲ ਸਰ, ਮੈਂ ਇੰਡਿਓਰੈਂਸ ਕੀਤੀ ਹੈ, ਜਿਹੜੀ ਲੌਂਗ ਡਿਸਟੈਂਸ ਰਾਈਡਸ ਹੁੰਦੀਆਂ ਨੇ, ਅਤੇ ਉਹਦੇ 'ਚ ਮਿਨੀਮਮ 200,
300 400 600 ਜਿਹੜਾ ਬੰਦਾ ਇਹ 4 ਰਾਈਡਸ ਇੱਕ ਸਾਲ ਦੇ ਵਿੱਚ ਖਤਮ ਕਰਦਾ ਤੇ ਉਹਨੂੰ ਸੁਪਰ ਰੈਂਡੋਨੀਅਰ ਦਾ ਟਾਈਟਲ ਮਿਲਦਾ। ਇਹ ਰਾਈਡਸ ਹੁੰਦੀਆਂ ਨੇ ਔਡੈਕਸ ਪਰਸ਼ੀਅਨ ਕਲੱਬ ਦੇ ਅੰਡਰ, ਜੋ ਪੈਰਿਸ ਦਾ ਕਲੱਬ ਆ। ਜਿਵੇਂ ਫਰਾਂਸ ਸਾਈਕਲਿੰਗ ਲਈ ਹਮੇਸ਼ਾ ਵਰਲਡ ਵਿੱਚ ਮਸ਼ਹੂਰ ਰਿਹਾ, ਤੇ ਉੱਥੇ ਦੀ ਆਰਗੇਨਾਈਜੇਸ਼ਨ ਆ ਜਿਨ੍ਹਾਂ ਦੀਆਂ ਫਰੈਂਚਾਈਜ਼ੀਜ਼ ਤੇ ਆਥੋਰਾਈਜ਼ਡ ਕਲੱਬਸ ਅਲੱਗ-ਅਲੱਗ ਸ਼ਹਿਰਾਂ 'ਚ ਨੇ ਪੂਰੇ ਵਰਲਡ ਵਾਈਡ, ਤੇ ਉਹਨਾਂ ਦੇ ਅੰਡਰ ਤੁਸੀਂ 1 ਸਾਲ ਦੇ ਵਿੱਚ ਕਰਕੇ 4 ਰਾਈਡਸ ਦਾ ਕੰਬੀਨੇਸ਼ਨ ਆ ਤੇ ਸੁਪਰ ਰੈਂਡੋਨੀਅਰ ਦਾ ਟਾਈਟਲ ਤੁਹਾਨੂੰ ਅਚੀਵ ਹੁੰਦਾ। ਤੇ ਮੈਂ ਸੁਪਰ ਰੈਂਡੋਨੀਅਰ ਦਾ ਟਾਈਟਲ ਸਿਰਫ 5 ਦਿਨ ਦੇ ਵਿੱਚ 200 300 400 ਔਰ 600 ਜਿਹੜੀ ਟੋਟਲ ਰਾਈਡ ਮੇਰੀ 1538 ਕਿਲੋਮੀਟਰ ਬਣੀ ਸੀ, ਉਹ ਵਰਲਡ ਰਿਕਾਰਡ ਆ ਕਿ ਮੈਂ 5 ਦਿਨ ਦੇ ਵਿੱਚ ਹੀ ਸ਼ਾਰਟੈਸਟ ਟਾਈਮ ਦੇ ਵਿੱਚ ਖਤਮ ਕੀਤੀ। ਮਤਲਬ ਡਿਟੇਲ 'ਚ ਦੱਸ ਸਕਦੇ ਹੋ ਕਿਸ ਤਰੀਕੇ ਨਾਲ, ਜਿਵੇਂ ਤੁਸੀਂ ਕਹਿੰਦੇ 200 500 300 ਕਿਸ ਤਰੀਕੇ ਦੇ ਨਾਲ ਇਹ ਸਟਾਰਟ ਹੋਈ, ਕਿਸ ਤਰੀਕੇ ਦੇ ਨਾਲ ਐਂਡਿੰਗ ਕੀਤੀ? ਸਰ ਇਹ ਦਿੱਲੀ 'ਚ ਇਵੈਂਟ ਆਰਗੇਨਾਈਜ਼ ਹੋਇਆ ਸੀ। ਦਿੱਲੀ ਦਾ ਜਿਹੜਾ ਔਡੈਕਸ ਦਾ ਆਥੋਰਾਈਜ਼ਡ ਕਲੱਬ ਆ, ਉਹਨਾਂ ਨੇ ਇਹ 5 ਡੇਜ਼ SR ਕੀਤੀ ਸੀਗੀ। ਦਿੱਲੀ ਤੋਂ ਇਲਾਵਾ ਬੈਂਗਲੌਰ 'ਚ ਹੋਈ ਸੀ, ਵਰਲਡ 'ਚ ਉਸ ਟਾਈਮ ਫਸਟ ਟਾਈਮ ਹੋਈ ਸੀ। ਦੋਨੋਂ ਜਗ੍ਹਾ ਤੇ 50 ਬੰਦਿਆਂ ਨੇ ਅਟੈਂਪਟ ਕੀਤਾ ਸੀ, 25 ਬੰਦੇ ਕੁਆਲੀਫਾਈ ਹੋਏ ਸੀਗੇ ਅੱਡ-ਅੱਡ ਜਗ੍ਹਾ ਤੇ ਜਿੰਨਿਆਂ ਨੇ ਵੀ ਇਹ ਕੀਤੀ ਸੀਗੀ ਉਹਨਾਂ ਦੀਆਂ ਸਾਰਿਆਂ ਦੀਆਂ ਪਹਿਲਾਂ ਕਿਸੇ ਦੀਆਂ 3 SR ਸੀਰੀਜ਼ ਕੀਤੀਆਂ ਹੋਈਆਂ ਸੀ, ਕਿਸੇ ਦੀਆਂ 4 ਕੀਤੀਆਂ ਸੀ। ਮੈਂ ਇਕਲੌਤਾ ਸੀ ਜਿਹਦੀ ਪਹਿਲੀ ਅਟੈਂਪਟ ਹੀ 5 ਡੇਜ਼ ਸੀਗੀ। ਔਰ ਇਹ ਦਿੱਲੀ ਤੋਂ ਪਹਿਲਾਂ ਸਾਡੀ ਰਾਈਡ ਗਈ ਦਿੱਲੀ ਤੋਂ ਵਾਹਗਾ ਬਾਰਡਰ, 600 ਸੀਗੀ ਸਭ ਤੋਂ ਪਹਿਲੀ। ਵਾਹਗਾ ਬਾਰਡਰ ਤੋਂ ਜਲੰਧਰ ਆ ਕੇ ਫਿਨਿਸ਼ ਹੋ ਗਈ। ਸੈਕਿੰਡ ਜਲੰਧਰ ਤੋਂ ਸਟਾਰਟ ਹੋਈ, ਜਲੰਧਰ ਤੋਂ ਦਿੱਲੀ ਆ ਕੇ ਫਿਨਿਸ਼ ਹੋ ਗਈ, ਉਹ 400 ਸੀਗੀ। ਥਰਡ ਸੀਗੀ ਦਿੱਲੀ ਤੋਂ ਇੰਡੀਆ ਗੇਟ ਤੋਂ ਹੀ ਸ਼ੁਰੂ ਹੋ ਕੇ ਗੁੜਗਾਉਂ ਹੁੰਦੇ ਹੋਏ KMP ਜਿਹੜਾ ਨਵਾਂ ਬਣਿਆ ਐਕਸਪ੍ਰੈਸਵੇ, ਉੱਥੋਂ ਪਲਵਲ ਤੋਂ ਵਾਪਸ, ਉਹ 200 ਸੀਗੀ। ਤੇ ਲਾਸਟ ਸੀਗੀ ਸਾਡੀ ਹਿਸਾਰ, ਦਿੱਲੀ ਹਿਸਾਰ ਅਪ ਡਾਊਨ, ਜਿਹੜੀ 300 ਕਿਲੋਮੀਟਰ ਬਣਦੀ ਆ। ਤੇ ਉਹ ਰਾਈਡ ਦਾ ਮਤਲਬ 5 ਦਿਨ ਮੇਰੇ ਸਾਈਕਲ ਤੇ ਜਿਹੜੇ ਮੈਂ ਬਿਤਾਏ ਨੇ, ਉਹਨੇ ਮੇਰੀ ਜ਼ਿੰਦਗੀ ਬਦਲਤੀ। ਮੇਰੇ ਨਾਲ ਇੱਕ ਵਰਲਡ ਰਿਕਾਰਡ ਹੋਲਡਰ ਵਰਡ ਲਗਾਤਾ। ਔਰ ਕਈ ਲੋਕ ਇੱਥੇ ਜਦੋਂ ਮੈਂ ਸਭ ਤੋਂ ਪਹਿਲੀ ਔਡੈਕਸ ਦੀ ਰਾਈਡ ਅਟੈਂਪਟ ਕੀਤੀ ਸੀ 200 ਕਿਲੋਮੀਟਰ, ਮੈਨੂੰ ਕਿਸੇ ਕਾਰਨ ਕਰਕੇ ਪਹਿਲੇ 37 ਕਿਲੋਮੀਟਰ ਤੇ ਕੁਇਟ ਕਰਨਾ ਪੈ ਗਿਆ ਸੀਗਾ। ਔਰ ਕਈ ਲੋਕਾਂ ਨੇ ਇੱਥੇ ਧਾਰਨਾ ਬਣਾ ਲਈ ਸੀ ਕਿ ਯਾਰ ਤੇਰੇ ਤੋਂ 200 ਵੀ ਨਹੀਂ ਹੋ ਸਕਦੀ, ਪਰ ਮੈਂ ਸਾਇਲੈਂਟਲੀ ਉਹਦੀ ਪ੍ਰੈਕਟਿਸ ਕੀਤੀ, ਟ੍ਰੇਨਿੰਗ ਲਿੱਤੀ, ਤੇ ਪ੍ਰੈਕਟਿਸ ਕਰਕੇ ਜਦ ਮੈਂ ਸਿੱਧੀ 5 ਡੇਜ਼ SR ਕੀਤੀ ਤਾਂ ਉਹ ਲੋਕਾਂ ਦੀਆਂ ਅੱਖਾਂ 'ਚ ਵੀ ਜਦ ਮੈਂ ਆਪਣੇ ਲਈ ਇੱਕ ਰਿਸਪੈਕਟ ਦੇਖੀ ਤਾਂ ਮੈਨੂੰ ਬਹੁਤ ਹੀ ਅੰਦਰੋਂ ਸੈਟੀਸਫੈਕਸ਼ਨ ਮਿਲੀ। ਜਿਹੜੀ ਤੁਸੀਂ ਗੱਲ ਕਰਦੇ ਵੀ ਲਗਾਤਾਰ ਚਲਾਇਆ, ਤਾਂ ਲਗਾਤਾਰ ਇੰਨੇ 100 ਕਿਲੋਮੀਟਰ ਤੁਸੀਂ 5 ਦਿਨ ਦੇ ਵਿੱਚ ਚਲਾਉਂਦੇ ਰਹੇ ਹੋ, ਯਾਨੀ ਕਿ ਇਹ ਵੀ ਪਹਿਲਾਂ 600 ਕਿਲੋਮੀਟਰ ਚਲਾਈ ਜਾਂ 500 ਕਿਲੋਮੀਟਰ ਚਲਾਈ, 300 ਕਿਲੋਮੀਟਰ ਚਲਾਈ, ਇਹ ਇੱਕ ਦਿਨ 'ਚ ਪੂਰੀ ਕਰਦੇ ਸੀ ਸਾਰੀ ਵਿੱਚ ਸਰ ਅਰਾਊਂਡ 3-4 ਘੰਟੇ ਦਾ ਰੈਸਟ ਹੁੰਦਾ ਸੀਗਾ, ਜਿਸ 'ਚ ਅਸੀਂ 2-3 ਘੰਟੇ ਸੌਂ ਜਾਂਦੇ ਸੀ। ਰਾਈਡ 'ਚ ਵੀ ਸਾਨੂੰ ਅਲਾਉਡ ਹੁੰਦਾ, ਅਸੀਂ ਅਗਰ ਬ੍ਰੇਕ ਲੈਣੀ ਚਾਹੀਏ ਔਨ ਦਾ ਰੂਟ ਅਸੀਂ ਕਿਸੇ ਢਾਬੇ ਤੇ ਜਾਂ ਕਿਤੇ ਬ੍ਰੇਕ ਲੈ ਸਕਦੇ ਹਾਂ ਉੱਥੇ। ਤੇ ਬਟ 5 ਦਿਨ ਦੇ ਵਿੱਚ ਟਾਰਗੇਟ ਪੂਰਾ ਕਰਨਾ ਸੀ, ਕਿਉਂਕਿ ਹਰੇਕ ਰਾਈਡ ਦਾ ਇੱਕ ਗਿਵਨ ਟਾਈਮ ਹੁੰਦਾ, ਉਹਦੇ ਵਿੱਚ ਉਹਨੂੰ ਪੂਰੀ ਕਰੋਗੇ ਤਾਂ ਕੁਆਲੀਫਾਈ ਹੁੰਦੀ ਆ। ਤੇ ਨਹੀਂ ਡਿਸਕੁਆਲੀਫਾਈ ਆ। ਔਰ ਇਹਦੇ 'ਚ ਬਹੁਤ ਚੈਲੰਜਸ ਆਇਆ। ਜਿਸ ਦਿਨ ਮੈਨੂੰ ਯਾਦ ਆ ਲਾਸਟ ਰਾਈਡ ਸੀਗੀ, ਰਾਤ ਦੇ 9 9:30 ਪੂਰਾ ਪੀਕ ਦਾ ਟ੍ਰੈਫਿਕ, ਅਸੀਂ ਦਿੱਲੀ ਐਂਟਰ ਕਰ ਰਹੇ ਸੀ ਹਿਸਾਰ ਤੋਂ ਵਾਪਸੀ ਤੇ ਇੰਨਾ ਜ਼ਿਆਦਾ ਟ੍ਰੈਫਿਕ ਸੀਗਾ ਕਿ ਸਾਈਕਲ ਵੀ ਥੱਲੇ ਖੜਾਉਣ ਦੀ ਜਗ੍ਹਾ ਨਹੀਂ ਸੀਗੀ, ਕੋਈ ਪਿੱਛੇੋਂ ਮਾਰ ਰਿਹਾ ਸੀ। ਤੇ ਉੱਥੇ ਇਹ ਵੀ ਸੀਗਾ ਵੀ ਹਜੇ 10-12 ਕਿਲੋਮੀਟਰ ਵੀ ਪਏ ਨੇ, ਜੇ ਸਾਈਕਲ ਡੈਮੇਜ ਹੋ ਗਿਆ ਤੇ ਨਾ ਟਾਈਮ ਸਿਰ ਪਹੁੰਚੇ ਤਾਂ ਪੂਰੀ ਦੀ ਪੂਰੀ ਇਵੈਂਟ ਖਰਾਬ ਹੋ ਜਾਣਾ। ਉਦੋਂ ਮੈਂ ਮੇਰੇ ਖਿਆਲ ਨਾਲ 1-1.5 ਕਿਲੋਮੀਟਰ ਮੈਂ ਮੋਢੇ 'ਤੇ ਸਾਈਕਲ ਚੱਕ ਕੇ ਵੀ ਮੈਂ ਉਹ ਸਟ੍ਰੈਚ ਪਾਰ ਕੀਤਾ। ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਚੈਲੰਜਸ ਆਏ। ਮੇਰਾ ਗੋਡਾ ਸੀਗਾ ਇੱਧਰਲਾ, ਉਹ ਇੱਕ ਫਲਾਈਓਵਰ ਚੜ੍ਹਨ ਲੱਗੇ ਮੈਂ ਜ਼ੋਰ ਮਾਰਿਆ ਤੇ ਗੋਡਾ ਮੇਰਾ ਘੁੰਮ ਗਿਆ ਤੇ ਉਹਦੇ 'ਚ ਸਵੈਲਿੰਗ ਆ ਗਈ। ਲੱਕੀਲੀ ਮੇਰੇ ਨਾਲ ਪਾਰਟਿਸਿਪੈਂਟ ਡਾਕਟਰ ਪਵਨ ਢਿੰਗਰਾ ਸੀਗੇ, ਜਿਹੜੇ ਆਰਥੋਪੈਡਿਕ ਸਰਜਨ ਨੇ। ਉਹਨਾਂ ਨੇ ਮੈਨੂੰ ਪੇਨ ਕਿਲਰ ਦਿੱਤੀ, MR ਦਿੱਤੀ ਤੇ ਮੇਰੇ ਨੀ ਕੈਪ ਵਗੈਰਾ ਪਾਇਆ, ਮੇਰਾ ਉਹ ਕੀਤਾ। ਬਟ ਮੈਂ ਅਰਾਊਂਡ 1500 ਕਿਲੋਮੀਟਰ ਤੋਂ 450 ਕਿਲੋਮੀਟਰ ਦੇ ਆਸ-ਪਾਸ ਮੈਂ ਉਹ ਪੇਨ ਦੇ ਵਿੱਚ ਹੀ ਕੀਤੀ ਆ। ਔਰ ਮੇਰੇ ਸਾਈਕਲਿੰਗ ਵਾਲੇ ਇੱਕ ਦੋਸਤ ਨੇ ਕੰਵਰ ਗਿੱਲ, ਉਹਨਾਂ ਨੇ ਵੀ ਇਵੈਂਟ ਮੇਰੇ ਨਾਲ ਕੀਤਾ ਸੀ ਪਟਿਆਲੇ ਤੋਂ, ਮੇਰੇ ਵੱਡੇ ਭਰਾਵਾਂ ਵਰਗੇ ਨੇ। ਤੇ ਉਹਨਾਂ ਨੇ ਮੈਨੂੰ ਇੱਕ ਗੁਰਮੰਤਰ ਦਿੱਤਾ ਸੀ, ਕਹਿੰਦੇ ਪੇਨ ਇਜ਼ ਟੈਂਪਰੇਰੀ, ਕੁਇਟਿੰਗ ਇਜ਼ ਫੋਰ ਐਵਰ। ਮੈਂ ਉਹ ਮਾਈਂਡ 'ਚ ਸੋਚਦਾ ਉਹ ਵੀ ਮੇਰੇ ਨਾਲ ਮੋਟੀਵੇਟ ਕਰਦੇ ਗਏ ਔਰ ਇਹ ਮੈਂ ਟਾਈਟਲ ਅਚੀਵ ਕੀਤਾ। ਅੱਛਾ, ਇਸ ਤੋਂ ਇਲਾਵਾ ਹੁਣ ਗੱਲ ਕਰੀਏ ਤਾਂ ਇੱਕ ਤੁਹਾਡੇ ਕੋਲ ਛੋਟੇ ਜੋ ਮੈਡਲ ਸੀਗੇ, ਉਹ ਮੈਂ ਪਿਛਲੀ ਵਾਰ ਦੇਖੀ ਤੁਹਾਡੇ ਕੋਲ, ਤੇ ਉਹ ਕਿਹੜੇ ਮੈਡਲ ਨੇ? ਆਹ 2 ਨੇ। ਇਹ ਤਾਂ ਜਿਹੜਾ ਤੁਹਾਨੂੰ ਮੈਂ 1500 ਕਿਲੋਮੀਟਰ 1538 ਵਾਲਾ ਦੱਸਿਆ, ਇਹ ਉਹਦਾ ਮੈਡਲ ਆ। ਇਹ ਫਰਾਂਸ ਤੋਂ ਆਇਆ, ਕਿਉਂਕਿ ਸਾਡੀਆਂ ਸਾਰੇ ਫਰਾਂਸ ਤੋਂ ਬਾਈ ਮੇਲ ਜਿਹੜਾ ਇੱਥੇ ਜਾ ਕੋਰੀਅਰ ਤੁਹਾਡੇ ਕੋਲ ਪਹੁੰਚੇ ਬਾਈ ਕੋਰੀਅਰ ਸਰ। ਇਹ ਕਿਉਂਕਿ ਜਿਹੜੀ ਸਾਡੀਆਂ ਰਾਈਡਸ ਹੁੰਦੀਆਂ, ਤੁਹਾਨੂੰ ਦੱਸਿਆ ਸੀ ਵੀ ਔਡੈਕਸ ਪਰਸ਼ੀਅਨ ਕਲੱਬ ਦੇ ਆਥੋਰਾਈਜ਼ਡ ਕਲੱਬਸ ਕੋਲ ਹੁੰਦੀਆਂ, ਉਹ ਸਾਡਾ ਡਾਟਾ ਸਾਰਾ ਫਰਾਂਸ ਜਾਂਦਾ, ਉੱਥੋਂ ਫਿਰ ਹਿਊਮੋਲੋਗੇਸ਼ਨ ਹੁੰਦੀ ਆ, ਇਹ ਰਾਈਡ ਸਾਡੀ ਅਪਰੂਵ ਹੁੰਦੀ ਆ, ਤੇ ਫਿਰ ਅਸੀਂ ਉੱਥੋਂ ਮੈਡਲ ਸਾਡਾ ਬਾਈ ਕੋਰੀਅਰ ਆਉਂਦਾ। ਔਰ ਇਹ ਹੈਗੀ ਆ LRM, ਜਿਹੜੀ ਮੈਂ 1200 ਕਿਲੋਮੀਟਰ ਕੀਤੀ ਸੀਗੀ, ਨੋਇਡਾ ਤੋਂ ਜੰਮੂ,
ਔਰ ਜੰਮੂ ਤੋਂ ਨੋਇਡਾ ਬੈਕ। ਇਹਦੇ 'ਚ ਮੇਰਾ ਐਕਸੀਡੈਂਟ ਵੀ ਹੋ ਗਿਆ ਸੀਗਾ ਔਰ ਮੇਰੇ ਨਾਲ ਮੇਗਾ ਜੈਨ ਮੇਰੇ ਕੋ ਸਾਈਕਲਿਸਟ ਸੀਗੇ ਜਿਨ੍ਹਾਂ ਨੇ ਮੈਨੂੰ ਫਸਟ ਏਡ ਦਿੱਤੀ ਔਰ ਲਾਸਟ 66 ਕਿਲੋਮੀਟਰ ਰਹਿੰਦੇ ਸੀਗੇ ਉਦੋਂ। ਤੇ ਉਦੋਂ ਵੀ ਮੈਂ ਇਹੀ ਸੋਚਿਆ ਕਿ ਪੇਨ ਇਜ਼ ਟੈਂਪਰੇਰੀ, ਕੁਇਟਿੰਗ ਇਜ਼ ਫॉर ਐਵਰ। ਇਹ ਚੈਲੰਜ ਮੈਨੂੰ ਆਲਮੋਸਟ ਇਸ ਤੋਂ ਇਲਾਵਾ ਹੋਰ ਵੀ ਬੜੇ ਚੈਲੰਜਸ ਆਏ ਤੇ ਵੀ 66 ਕਿਲੋਮੀਟਰ ਰਹਿ ਗਏ, ਉਹਦੇ ਪਿੱਛੇ ਪੂਰੀ ਰਾਈਡ ਨਹੀਂ ਖਰਾਬ ਕਰਨੀ ਹੈਗੀ। ਤੇ ਮੇਰੇ ਕੋਲ ਟਾਈਮ ਐਕਸਟਰਾ ਸੀਗਾ ਕਿਉਂਕਿ ਪਰਫਾਰਮੈਂਸ ਪਹਿਲਾਂ ਤੋਂ ਠੀਕ ਜਾ ਰਹੀ ਸੀਗੀ ਲੱਕੀਲੀ, ਤੇ ਮੈਂ ਉੱਥੇ ਘੰਟਾ ਡੇਢ ਘੰਟਾ ਰੈਸਟ ਕਰਕੇ ਫਸਟ ਏਡ ਲੈ ਕੇ ਫਿਰ ਮੈਂ ਉਹ ਕੰਪਲੀਟ ਕੀਤੀ ਸੀ ਰਾਈਡ। ਅੱਛਾ, ਹੁਣ ਜਿਹੜੇ ਹੁਣ ਇੰਨੇ ਸਾਰੇ ਮੈਡਲਸ ਨੇ ਤੁਸੀਂ ਦੇਖ ਸਕਦੇ ਹੋ, ਮੈਡਲ ਬਹੁਤ ਜ਼ਿਆਦਾ ਨੇ ਕਿ ਇਹਨਾਂ ਨੂੰ ਪੈਸ਼ਨ ਹੀ ਮੰਨੇ ਵੀ ਪੈਸ਼ਨ ਆ, ਬਸ ਇਹਨਾਂ ਨੂੰ ਇਕੱਠੇ ਕਰਨਾ ਆ ਵੀ ਇਹਨਾਂ ਨੂੰ ਨਾਮ ਰੋਸ਼ਨ ਕਰਨਾ, ਕੁਝ ਕਰਨਾ ਹੈ ਅੱਗੇ। ਨਹੀਂ ਸਰ, ਇਕੱਠੇ ਨਹੀਂ, ਇੱਕ ਇੱਕ ਮੈਡਲ ਬਹੁਤ ਸੈਟੀਸਫੈਕਸ਼ਨ ਦਿੰਦਾ। ਹਰੇਕ ਮੈਡਲ ਨਾਲ ਕੋਈ ਮੈਮਰੀ ਜੁੜੀ ਹੁੰਦੀ ਆ। ਵਿੱਚ ਕੁਝ ਮੇਰੇ ਰਨਿੰਗਸ ਦੇ ਵੀ ਹੈਗੇ ਨੇ ਮੈਡਲ, ਕਿਉਂਕਿ ਮੈਂ ਹਾਫ ਮੈਰਾਥਨ ਵੀ 3 ਲਗਾਈਆਂ ਨੇ ਤੇ 10-10 ਕਿਲੋਮੀਟਰ ਦੀਆਂ ਵੀ 2 ਲਗਾਈਆਂ ਨੇ। ਬਟ ਜਿਹੜਾ ਬੇਸਿਕ ਮੇਰਾ ਸ਼ੌਕ ਹਮੇਸ਼ਾ ਤੋਂ ਸਾਈਕਲਿੰਗ ਹੀ ਰਿਹਾ। ਤੇ ਇਹ ਜਦੋਂ ਵੀ ਮੈਂ ਮੈਡਲਸ ਦੇਖਦਾ, ਹੁਣ ਥੋੜ੍ਹੇ ਦਿਨ ਪਹਿਲਾਂ ਮੈਂ ਦੀਵਾਲੀ ਦੀ ਸਫਾਈ ਦੇ ਦੌਰਾਨ ਜਦੋਂ ਮੈਡਲਸ ਦੇਖ ਰਿਹਾ ਸੀ, ਇੱਕ ਮੈਡਲ ਦੇਖ ਕੇ ਮੈਨੂੰ ਕੋਈ ਨਾ ਕੋਈ ਸਟੋਰੀ ਯਾਦ ਆ ਰਹੀ ਸੀ, ਜਿਵੇਂ ਮੈਂ ਹੁਣ ਤੁਹਾਡੇ ਨਾਲ 2 ਸਟੋਰੀ ਸ਼ੇਅਰ ਵੀ ਕੀਤੀਆਂ। ਤੇ ਬਹੁਤ ਅੱਛੀਆਂ ਮੈਮਰੀਜ਼ ਨੇ। ਉਦੋਂ ਬਹੁਤ ਚੈਲੰਜਸ ਆਉਂਦੇ ਨੇ, ਹਰਡਲਸ ਆਉਂਦੇ ਨੇ, ਬਟ ਬਾਅਦ 'ਚ ਜ਼ਿਆਦਾ ਦੇਖਦੇ ਹਾਂ ਤਾਂ ਬਹੁਤ ਸੈਟਿਸਫੈਕਸ਼ਨ ਮਿਲਦੀ ਹੈ। ਇਹ ਲਾਈਫ ਟਾਈਮ ਸੈਟਿਸਫੈਕਸ਼ਨ ਆ। ਤੇ ਟਾਰਗੇਟ ਰੱਖਿਆ ਕੁਛ ਅੱਗੇ ਵੀ ਕਿ ਇਸ ਤਰ੍ਹਾਂ ਦਾ ਵੀ ਏਮ ਰੱਖਿਆ ਹੋਵੇ ਕਿ ਕਿਸੇ ਨੂੰ ਕੋਚਿੰਗ ਦੇਣੀ ਹੈ ਜਾਂ ਫਿਰ ਕੁਝ ਈਵੈਂਟਸ ਹੋਰ ਵੀ ਕਰਵਾਉਣੇ ਨੇ ਜਾਂ ਫਿਰ ਕੁਝ ਵੀ ਤਰ੍ਹਾਂ ਦੇ ਕੋਈ ਟਾਰਗੇਟ? ਨਹੀਂ ਸਰ, ਇਸ ਟਾਈਮ ਮੈਂ ਇੱਕ ਦ ਪੈਡਲਰਸ ਨਾਮ ਦੀ ਆਰਗੇਨਾਈਜੇਸ਼ਨ ਆ ਤੇ ਉਹਦਾ ਮੈਂ ਫਾਊਂਡਰ ਮੈਂਬਰ ਵੀ ਹਾਂ ਔਰ ਇੰਡੀਆ 'ਚ ਅੱਡ ਜਗ੍ਹਾ ਤੋਂ 7 ਮੈਂਬਰਸ ਨੇ ਉਹ ਆਰਗੇਨਾਈਜੇਸ਼ਨ ਬਣਾਈ ਹੈਗੀ ਆ। ਤੇ ਅਸੀਂ ਅੱਗੇ ਇਹ ਟਾਰਗੇਟ ਰੱਖਿਆ ਕਿ ਉਹਦੇ ਥਰੂ ਅਸੀਂ ਸਾਈਕਲਿੰਗ ਪ੍ਰਮੋਟ ਕਰਨੀ ਆ। ਅਸੀਂ ਕੁਝ ਇੱਦਾਂ ਦੇ ਇਵੈਂਟਸ ਕਰਾਈਏ ਕਿ ਜਿਹਦੇ ਨਾਲ ਸਾਈਕਲਿੰਗ ਨੂੰ ਅਸੀਂ ਨੈਕਸਟ ਲੈਵਲ 'ਤੇ ਲੈ ਕੇ ਜਾਈਏ। ਇੰਡੀਆ 'ਚ ਲੁਧਿਆਣਾ ਜਿਹੜੇ ਸ਼ਹਿਰ ਨੂੰ ਮੈਂ ਬਿਲੋਂਗ ਕਰਦਾ, ਇੱਕ ਸਾਈਕਲ ਇੰਡਸਟਰੀ ਆ। ਇੱਥੇ ਸਾਈਕਲ ਇੰਡਸਟਰੀ ਦੇ ਨਾਮ 'ਤੇ ਲੁਧਿਆਣਾ ਜਾਣਿਆ ਜਾਂਦਾ, ਪਰ ਇੱਥੇ ਲੋਕ ਸਾਈਕਲਿੰਗ ਨਹੀਂ ਕਰਦੇ ਹੈਗੇ। ਅਸੀਂ ਸਾਈਕਲਿੰਗ ਈਵੈਂਟਸ ਵਾਈਜ਼ ਵੀ ਪ੍ਰਮੋਟ ਕਰਦੇ ਹਾਂ ਔਰ ਮੈਂ ਹਮੇਸ਼ਾ ਆਪਣੇ ਸੋਸ਼ਲ ਮੀਡੀਆ ਥਰੂ ਮੈਸੇਜ ਦਿੰਦਾ ਕਿ ਸਾਨੂੰ ਸਾਈਕਲ 'ਤੇ ਕਮਿਊਟ ਵੀ ਕਰਨਾ ਚਾਹੀਦਾ। ਆਪਣੇ ਜਿੰਨਾ ਵੱਧ ਤੋਂ ਵੱਧ ਅਸੀਂ ਆਪਣੇ ਆਫਿਸਿਸ ਜਾਂ ਆਪਣੇ ਕੰਮਾਂ 'ਤੇ ਜਾ ਸਕਦੇ ਹਾਂ ਸਾਈਕਲ 'ਤੇ, ਸਾਨੂੰ ਜਾਣਾ ਚਾਹੀਦਾ। ਉਹਦੇ ਨਾਲ ਪੋਲਿਊਸ਼ਨ ਦੀ ਸਮੱਸਿਆ ਹੱਲ ਹੋਊਗੀ। ਲੋਕਡਾਊਨ 'ਚ ਆਪਾਂ ਸਾਰੇ ਦੇਖਦੇ ਸੀਗੇ ਜਦੋਂ ਟ੍ਰੈਫਿਕ ਨਹੀਂ ਸੀਗਾ, ਸਕਾਈ ਕਿੰਨਾ ਸਾਫ਼ ਹੋ ਗਿਆ ਸੀਗਾ। ਰੇਨਬੋ ਵੀ ਮੈਂ ਬਹੁਤ ਸਾਲਾਂ ਬਾਅਦ ਉਦੋਂ ਮੀਂਹ ਤੋਂ ਬਾਅਦ ਦੇਖੀ ਸੀਗੀ। ਤੇ ਜੇ ਅਸੀਂ ਆਪਣੇ ਵੱਧ ਤੋਂ ਵੱਧ ਸਾਈਕਲ ਦੀ ਵਰਤੋਂ ਕਰੀਏ, ਜੇ 50% ਵੀ ਟ੍ਰੈਫਿਕ ਘੱਟ ਹੋ ਜਾਂਦਾ ਸੜਕਾਂ 'ਤੇ, ਤਾਂ ਉਹਦੇ ਨਾਲ ਟ੍ਰੈਫਿਕ ਵੀ ਕੰਟਰੋਲ ਰਹੂਗਾ ਤੇ ਸਾਡੀ ਸਿਹਤ ਵੀ ਅੱਛੀ ਰਹੂਗੀ ਔਰ ਅਸੀਂ ਮਤਲਬ ਇੱਕ ਸੁਸਾਇਟੀ 'ਚ ਲਈ ਸ਼ਾਮ ਨੂੰ ਸੈਟਿਸਫੈਕਸ਼ਨ ਇਹ ਮਿਲੂਗੀ ਕਿ ਅਸੀਂ ਚੰਗਾ ਕੰਮ ਕੀਤਾ ਸੀ, ਅੱਜ ਪੋਲਿਊਸ਼ਨ ਨਹੀਂ ਕੀਤੀ ਹੈਗੀ। ਬਿਲਕੁਲ। ਇੱਕ ਵਾਰ ਲਾਸਟ ਟਾਈਮ ਦਿਖਾ ਦਿਓ ਦਰਸ਼ਕਾਂ ਨੂੰ ਵੀ ਹਾਂ ਵੀ ਕਿੰਨੇ ਮੈਡਲਸ ਨੇ ਜਿਹੜੇ ਅਚੀਵ ਕੀਤੇ ਗਏ ਇਹਨਾਂ ਦੇ ਵੱਲੋਂ, ਜਸਪ੍ਰੀਤ ਸਿੰਘ ਕਟਾਲਾ ਜੀ ਦੇ ਵੱਲੋਂ। ਅਤੇ ਇੱਕ ਤੁਹਾਨੂੰ ਮੋਟੀਵੇਸ਼ਨ ਵੀ ਮਿਲੂਗੀ ਕਿ ਜਿਹੜੇ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ, ਡਿਪਰੈਸ਼ਨ ਜਦੋਂ ਹੁੰਦਾ ਹੈ ਤਾਂ ਬਹੁਤ ਵਿਚਾਰ ਆਉਂਦੇ ਨੇ ਦਿਮਾਗ ਦੇ ਵਿੱਚ, ਲੇਕਿਨ ਉਹ ਸਾਂਝੇ ਨਹੀਂ ਕਰ ਪਾਉਂਦੇ ਅਸੀਂ ਕਿਸੇ ਦੇ ਨਾਲ। ਲੇਕਿਨ ਇਹਨਾਂ ਨੇ ਡਿਪਰੈਸ਼ਨ ਨੂੰ ਮਾਤ ਵੀ ਦਿੱਤੀ ਤੇ ਆਪਣਾ ਪੈਸ਼ਨ ਵੀ ਬਣਾਇਆ ਸਾਈਕਲਿੰਗ ਨੂੰ, ਤੇ ਬਹੁਤ ਸਾਰੇ ਮੈਡਲ ਵੀ ਜਿੱਤੇ ਤੇ ਹੁਣ ਆਪਣਾ ਏਮ ਵੀ ਰੱਖ ਲਿਆ ਇੱਕ। ਤੇ ਨਾਲ ਦੀ ਨਾਲ ਸੁਨੇਹਾ ਵੀ ਦਿੱਤਾ ਹੈ ਕਿ ਜਿਹੜੇ ਨੌਜਵਾਨ ਨੇ ਜਾਂ ਕੋਈ ਵੀ ਲੋਕ ਨੇ ਪੰਜਾਬ ਦੇ ਵਿੱਚ ਰਹਿੰਦੇ ਜਾਂ ਇੰਡੀਆ 'ਚ ਰਹਿੰਦੇ ਜਾਂ ਪੂਰੇ ਵਰਲਡ ਦੇ ਵਿੱਚ ਰਹਿੰਦੇ ਜੋ ਦੇਖ ਰਹੇ ਨੇ, ਕਿ ਉਹ ਸਾਈਕਲਿੰਗ ਕਿਵੇਂ ਕਰ ਸਕਦੇ ਨੇ, ਕਿਸ ਤਰੀਕੇ ਨਾਲ ਆਪਣੇ ਪੈਸ਼ਨ ਨੂੰ ਜਿਹੜਾ ਅਚੀਵ ਕਰ ਸਕਦੇ ਹੋ। ਪੈਸ਼ਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਅਤੇ ਇਸ ਦੇ ਨਾਲ ਨਾਲ ਇਹ ਵੀ ਬਣਦਾ ਹੈ ਕਿ ਤੁਹਾਡੀ ਸਿਹਤ ਵੀ ਜਿਹੜੀ ਹੈ ਬਹੁਤ ਜ਼ਰੂਰੀ ਹੈ, ਅਤੇ ਸਿਹਤ ਵੀ ਜਿਹੜੀ ਹੈ ਪ੍ਰੋਪਰ ਠੀਕ ਰਹਿੰਦੀ ਹੈ ਅਗਰ ਤੁਸੀਂ ਸਾਈਕਲਿੰਗ ਕਰਦੇ ਹੋ। ਅਤੇ ਫਿਜ਼ੀਕਲੀ ਐਕਟੀਵਿਟੀ ਵੀ ਬਹੁਤ ਜ਼ਰੂਰੀ ਮਾਇਨੇ ਰੱਖਦੀ ਹੈ। ਸੋ ਦੇਰੀ ਅਪਡੇਟਸ ਲਈ ਜੁੜੇ ਰਹੋ ਐਕਸਪਲੋਰ ਪੰਜਾਬ ਦੇ ਨਾਲ।